सतनाम। धन वाहिगुरु साहिब जी। भूख तुखार न व्यापई, कंठ मिलिया हर नाम। मन विद्या चरनार बिंद, दर्शन लगड़ा शाह। भूख तुखार न व्यापई, कंठ मिलिया हर नाम। मन विद्या चरनार बिंद, दर्शन लगड़ा साह। ओट गोविंद गोपाल राय, सेवा स्वामी लाह। भिख्या पूह न सकई, मिल साधु गुण गाह। जह ते उपजी तह मिली, सच्ची प्रीत समाह। कर गहलीनी बार ब्रह्म, बहुड़ न विछड़िया। बार जाऊं लख बेरिया, हार सज्जन अगम अगाह। शर्म पई नारायण, नानक दर पैया। भूख सुहंदा सर्ब सुख, जिस बख्शे वे परवाह। शर्म पई नारायण, नानक दर पैया। भूख सुहंदा सर्ब सुख, जिस बख्शे वे परवाह। वाहिगुरु जी का खालसा, वाहिगुरु जी की फतेह। जुगो जुग अटल चवर छतर तखत दे मालक
ਗੁਰੂ ਗਰੀਬ ਨਵਾਜ ਧੰਨ 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 ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਦਿਨ ਦੇ ਦੀਵਾਨਾਂ ਦੀ ਹਾਜ਼ਰੀ ਭਰਨ ਦਾ ਸੁਭਾਗ ਸਮਾਂ ਮਾਲਕ ਜੀ ਦੀ ਅਪਾਰ ਬਖਸ਼ਿਸ਼ ਕਿਰਪਾ ਰਹਿਮਤ ਦੁਆਰਾ ਪ੍ਰਾਪਤ ਹੋਇਆ ਹੈ। ਅੱਜ ਦੇਸੀ ਮਹੀਨੇ ਦੇ ਮੁਤਾਬਕ ਪੋਹ ਦਾ ਮਹੀਨਾ ਆਰੰਭ ਹੋਇਆ ਹੈ। ਬੇਨਤੀ ਅਕਸਰ ਕੀਤੀ ਜਾਂਦੀ ਹੈ ਕਿ ਸੂਰਜ ਜੋ ਹੈ ਉਹ 30 ਦਿਨਾਂ ਦੇ ਵਿੱਚ ਆਪਣਾ ਚੱਕਰ ਪੂਰਾ ਕਰਦਾ ਹੈ। ਜਦੋਂ ਉਹ ਆਪਣਾ ਚੱਕਰ ਪੂਰਾ ਕਰਕੇ ਨਵੀਂ ਰਾਸ ਦੇ ਵਿੱਚ ਪ੍ਰਵੇਸ਼ ਕਰਦਾ ਹੈ, ਭਾਵ ਜਿਹੜਾ ਮਹੀਨਾ ਬਣਦਾ ਹੈ, ਜਿਹਨੂੰ ਗਰੀਬ ਨਿਵਾਜ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਸੂਰਜ ਏਕੋ ਰੁੱਤ ਅਨੇਕ ਨਾਨਕ ਕਰਤੇ ਕੇ ਕੀਤੇ ਵੇਸ। ਉਹ ਸੂਰਜ ਨਾਲ ਰੁੱਤਾਂ ਬਣੀਆਂ, ਮਹੀਨੇ ਬਣਦੇ, ਥਿੱਤਾਂ ਤੇ ਬਾਰ ਜਿਹੜੇ ਗਾਂ ਬਣੇ। ਜਦੋਂ ਰਾਸ ਦੇ ਵਿੱਚ ਪ੍ਰਵੇਸ਼ ਕਰਦਾ ਹੈ ਤੇ ਉਸ ਦਿਨ ਨੂੰ ਸੂਰਜ ਦਾ ਦਿਨ ਕਰਕੇ ਇੰਨਾ ਪੁਰਾਣੇ ਸਮਿਆਂ ਤੋਂ ਪਵਿੱਤਰ ਮੰਨਿਆ ਗਿਆ ਵੀ ਉਸ ਦਿਨ ਸੂਰਜ ਦੀ ਪੂਜਾ ਕੀਤੀ ਗਈ। ਹਰਿਦੁਆਰ ਦੇ ਵਿੱਚ ਸੂਰਜ ਦੀ ਪੂਜਾ ਕਰਨ ਵਾਲਿਆਂ ਨੂੰ ਗੁਰੂ ਨਾਨਕ ਸਾਹਿਬ ਨੇ ਸਮਝਾਇਆ ਵੀ ਸੂਰਜ ਤੇ ਪਾਣੀ ਚੜ੍ਹ ਨਹੀਂ ਸਕਦਾ। ਇਹਦਾ ਮਤਲਬ ਹੈ ਜਿਸ ਨੇ ਸੂਰਜ ਬਣਾਏ ਨੇ ਉਸ ਅਕਾਲ ਪੁਰਖ ਪਰਮੇਸ਼ਰ ਪਰਮਾਤਮਾ ਰੱਬ ਜੀ ਦੇ ਹੁਕਮ ਦੇ ਵਿੱਚ ਚੱਲੋ, ਉਸ ਦੀ ਅਧੀਨਗੀ ਕਰੋ, ਉਸ ਨੂੰ ਯਾਦ ਕਰੋ ਜਿਹਦੇ ਭੈ ਵਿੱਚ ਇਹ ਸੂਰਜ ਜਿਹੜਾ ਤਪਸ਼ ਦਿੰਦਾ ਹੈ, ਜਿਹੜੀ ਇਹ ਅਗਨੀ ਹੈ, ਇਹ ਵਿਗਾੜ ਕੱਢ ਰਹੀ ਹੈ, ਭਾਵ ਦੁਨੀਆ ਦੇ ਕੰਮ ਕਰ ਰਹੀ ਹੈ। ਵਿਗਾੜ ਕਰਨੀ ਕੀ ਹੈ ਵੀ ਵਿਗਾੜ ਤੇ ਤੈਨੂੰ ਸੱਦਣਾ ਹੈ, ਵੀ ਕਿਸੇ ਦੇ ਕੰਮ ਕਰਾਉਣ ਵਾਸਤੇ ਪਿਆਰ ਦੇ ਨਾਲ ਕਿਸੇ ਨੂੰ ਬੁਲਾਉਣਾ, ਤੇ ਉਹ ਵੀ ਕਹਿੰਦਾ ਮੈਂ ਇਹਨਾਂ ਦੇ ਵਿਗਾੜ ਤੇ ਆਇਆ ਹਾਂ। ਭੈ ਵਿੱਚ ਅਗਨ ਕੱਢੇ ਵਿਗਾੜ, ਉਹਦੇ ਰੱਬ ਦੇ ਭੈ ਦੇ ਵਿੱਚ ਇਹ ਵੀ ਵਿਗਾੜ ਕੱਢ ਰਹੀ ਹੈ। ਜਿਹੜਾ ਸੂਰਜ ਤਪਸ਼ ਦੇ ਰਿਹਾ ਹੈ, ਇਹਦੇ ਨਾਲ ਸਕੂਨ ਮਿਲ ਰਿਹਾ ਦੁਨੀਆ ਨੂੰ। ਤੇ ਮਾਲਕ ਜੀ ਨੇ ਇਹ ਗੱਲ ਸਮਝਾਈ ਕਿ ਉਹ ਪਰਮੇਸ਼ਰ ਪ੍ਰਮਾਤਮਾ ਦੇ ਨਾਲ ਆਪਾਂ ਜੁੜਨਾ ਹੈ। ਸਾਨੂੰ ਗੁਰੂ ਨਾਨਕ ਸਾਹਿਬ ਜੀ ਨੇ 12 ਮਹੀਨਿਆਂ ਦਾ ਉਪਦੇਸ਼ ਬਖਸ਼ਿਸ਼ ਕੀਤਾ ਤੁਖਾਰੀ ਰਾਗ ਵਿੱਚ। ਸਿੱਖਾਂ ਨੂੰ ਉਹ ਮਹਿੰਗੀ ਬਾਣੀ ਹੋਣ ਕਰਕੇ ਪੂਰਨ ਗਿਆਨ ਨਾ ਹੋਇਆ ਤੇ ਬੇਨਤੀ ਕੀਤੀ ਸੀ ਗੁਰੂ ਅਰਜਨ ਸਾਹਿਬ ਮਹਾਰਾਜ ਦੇ ਚਰਨਾਂ 'ਚ, ਮਹਾਰਾਜ ਜੀ ਉਹੀ ਕਰਮ ਕਾਂਡ ਵਹਿਮ ਭਰਮ ਜਿਹੜੇ ਸਿੱਖ ਕਰ ਰਹੇ ਆ, ਸੁਖੈਨ ਢੰਗ ਦੇ ਨਾਲ ਸਾਨੂੰ ਸਮਝਾ ਦਿਓ ਮਹਾਰਾਜ ਸੱਚੇ ਪਾਤਸ਼ਾਹ ਜੀ, ਵੀ ਤੁਹਾਡੇ ਸ਼ਬਦ ਦੇ ਨਾਲ ਅਸੀਂ ਜੁੜ ਜਾਈਏ। ਫਿਰ ਆਹ 12 ਮਾਹ 133 ਅੰਗ ਦੇ ਉੱਤੇ ਮਾਝ ਰਾਗ ਦੇ ਵਿੱਚ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਨੇ ਉਚਾਰਨ ਕੀਤਾ ਹੈ, ਜਿਹਦਾ ਪਾਠ ਹੁਣੇ ਆਪਾਂ ਮਹੀਨੇ ਦਾ ਸਰਵਣ ਕੀਤਾ ਹੈ। ਕਹਿਣ ਤੋਂ ਮੁਰਾਦ ਵੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਸਾਨੂੰ ਇਹਨਾਂ ਦੀ ਸੂਰਜ ਦੀ ਪੂਜਾ ਕਰਨ ਤੋਂ ਹਟਾ ਕੇ ਸ਼ਬਦ ਦੇ ਨਾਲ ਜੋੜਿਆ ਹੈ। ਤੇ ਅਸੀਂ ਤਾਂ ਇਸ ਦਿਨ ਜਦੋਂ ਦਿਨ ਆਰੰਭ ਹੁੰਦਾ, ਨਵਾਂ ਮਹੀਨਾ ਸ਼ੁਰੂ ਹੁੰਦਾ, ਉਹਦੇ ਆਗਮਨ ਤੇ ਅਸੀਂ ਮਹਾਰਾਜ ਦੇ ਚਰਨਾਂ 'ਚ ਕਿਉਂ ਆਉਂਦੇ ਆ? ਕਿਉਂਕਿ ਸਿੱਖ ਹਮੇਸ਼ਾ ਹੀ ਮਾਲਕ ਜੀ ਦੇ ਕੋਲ ਅਰਦਾਸ ਬੇਨਤੀ ਕਰਦਾ, ਕੋਈ ਵੀ ਉਹ ਕਾਰਜ ਕਰਦਾ ਜਦੋਂ ਨਵਾਂ, ਤੇ ਮਹਾਰਾਜ ਕਹਿੰਦੇ ਕੀਤਾ ਲੋੜੀਏ ਕੰਮ ਸੋ ਹਰ ਪੈ ਆਖੀਏ, ਕਾਰਜ ਦੇ ਸਵਾਰ ਸਤਿਗੁਰ ਸੱਚ ਸਾਖੀਏ। ਵੀ ਮਹਾਰਾਜ ਤੁਹਾਡੇ ਹੁਕਮ ਦੇ ਵਿੱਚ ਇਹ ਨਵਾਂ ਮਹੀਨਾ ਚੜ੍ਹਿਆ ਤੇ ਆਪਾਂ ਅਰਦਾਸ ਕਰਦੇ ਹਾਂ ਵੀ ਸੁੱਖ ਸ਼ਾਂਤੀ ਚੜ੍ਹਦੀ ਕਲਾ ਦਾ ਬਤੀਤ ਤੁਹਾਡੇ ਚਰਨਾਂ ਨਾਲ ਜੋੜ ਕੇ ਮਹਾਰਾਜ ਸੱਚੇ ਪਾਤਸ਼ਾਹ ਇਸ ਸਮੇਂ ਨੂੰ ਬਤੀਤ ਕਰਨਾ। ਇਹ ਅਰਦਾਸ ਕਰਨੀ ਮਹਾਰਾਜ ਦੇ ਚਰਨਾਂ 'ਚ ਆਪਾਂ ਕਰਦੇ ਹਾਂ ਵੀ ਮਹਾਰਾਜ ਸੱਚੇ ਪਾਤਸ਼ਾਹ ਜੀ ਤੁਹਾਡੇ ਭਾਣੇ ਦੇ ਵਿੱਚ ਪਿਛਲਾ ਸਮਾਂ ਬਤੀਤ ਹੋਇਆ। ਇਹੀ ਅਰਦਾਸ ਦੇ ਵਿੱਚ ਆਪਾਂ ਬਚਨ ਸਰਵਣ ਕਰਦੇ ਹਾਂ ਤੇ ਅਸੀਂ ਵੀ ਇਹੀ ਬਚਨ ਮਾਲਕ ਦੇ ਸ਼ੁਕਰਾਨੇ ਦੇ ਲਈ ਇੱਥੇ ਜੁੜਨਾ ਹੈ
ਵੀ ਜਿਹੜਾ ਸਮਾਂ ਬਤੀਤ ਹੋ ਗਿਆ, ਮਹਾਰਾਜ ਸੱਚੇ ਪਾਤਸ਼ਾਹ ਸ਼ੁਕਰ ਹੈ, ਆਉਣ ਵਾਲੇ ਸਮੇਂ ਦੇ ਵਿੱਚ ਇਸੇ ਤਰ੍ਹਾਂ ਚਰਨਾਂ ਨਾਲ ਜੋੜ ਕੇ ਰੱਖਣਾ ਹੈ। ਇਹ ਬੇਨਤੀ ਕਰਨ ਵਾਸਤੇ ਸ਼ਬਦ ਨਾਲ ਜੁੜਨਾ ਹੈ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਕੀ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ ਇਸ ਮਹੀਨੇ ਦੇ ਵਿੱਚ, ਕੀ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਸਮਝਾ ਰਹੇ ਨੇ, ਕਿਵੇਂ ਉਸ ਮਾਲਕ ਪਰਮਾਤਮਾ ਅਕਾਲ ਪੁਰਖ ਰੱਬ ਜੀ ਦੀਆਂ ਬਖਸ਼ਿਸ਼ਾਂ ਦੇ ਪਾਤਰ ਅਸੀਂ ਬਣ ਸਕਦੇ ਹਾਂ ਤੇ ਸਾਡੀਆਂ ਭਰੀਆਂ ਹੋਈਆਂ ਹਾਜ਼ਰੀਆਂ ਸੁਕਾਰਥੀਆਂ ਹੋਣ ਜੇ ਗੁਰੂ ਦੇ ਬਚਨਾਂ ਨੂੰ ਅਸੀਂ ਸੱਤ 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 ਕਰਕੇ ਮੰਨ ਲਈਏ। ਗੁਰੂ ਦੇ ਬਚਨਾਂ ਨੂੰ ਮੰਨਣਾ ਹੀ ਗੁਰੂ ਦੀਆਂ ਬਖਸ਼ਿਸ਼ਾਂ ਨੂੰ ਪ੍ਰਾਪਤ ਕਰਨਾ ਹੈ। ਗੁਰੂ ਗਰੀਬ ਨਵਾਜ਼ ਸੱਚੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਪੋਹ ਦੇ ਮਹੀਨੇ ਦੇ ਵਿੱਚ ਜੋ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ, ਪਾਵਨ ਬਚਨਾਂ ਦੀ ਵਿਚਾਰ ਆਰੰਭਣ ਤੋਂ ਪਹਿਲਾਂ ਰਸਨਾ ਨੂੰ ਕਰੋ ਪਵਿੱਤਰ, ਮਨੋਂ ਬਿਰਤੀ ਇਕਾਗਰ ਕਰਦਿਆਂ ਹੋਇਆਂ ਪ੍ਰੇਮ ਸਤਕਾਰ ਭਾਵਨਾ ਸਾਹਿਤ ਗੁਰੂ ਜੀ ਦੇ ਹਜ਼ੂਰ ਲਵਾਓ ਹਾਜ਼ਰੀ। ਮਨ ਕਰਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਪੋਖ ਤੁਖਾਰ ਨਾ ਵਿਆਪਈ, ਕੰਠ ਮਿਲਿਆ ਹਰ ਨਾਮ। ਨਾਹ ਕਹਿੰਦੇ ਨੇ ਪਤੀ ਨੂੰ, ਕੰਠ ਕਹਿੰਦੇ ਨੇ ਗਲੇ ਨੂੰ। ਵਿਆਪੀ ਵਿਆਪ ਦਾ ਨਹੀਂ, ਤੁਖਾਰ, ਤੁਖਾਰ ਮੀਨਜ ਕੱਕਰ ਪਾਲਾ ਠੰਡ, ਪੋਖ ਮੀਨਜ ਖੱਖੇ ਨੂੰ ਸਿਹਾਰੀ। ਪੋਹ ਦੇ ਮਹੀਨੇ ਦੇ ਵਿੱਚ ਜਿਹੜਾ ਕੱਕਰ ਪੈਂਦਾ, ਠੰਡ ਪੈਂਦੀ ਹੈ, ਭਾਵੇਂ ਦੇਸ਼ ਵਿੱਚ ਲਾ ਲਈਏ ਉੱਥੇ ਵੀ ਅੱਤ ਦੀ ਠੰਡ ਹੈ, ਭਾਵੇਂ ਇੱਥੇ ਪ੍ਰਦੇਸ਼ ਬੈਠੇ ਆਪਾਂ ਇੱਥੇ ਵੀ ਠੰਡ ਹੈ। ਗੁਰਬਾਣੀ ਦੇ ਵਿੱਚ ਹਾੜ ਦੇ ਮਹੀਨੇ ਦੇ ਵਿੱਚ ਤਪਸ਼ ਤੇ ਪੋਹ ਦੇ ਮਹੀਨੇ ਦੇ ਵਿੱਚ ਕੱਕਰ ਦੀ ਗੱਲ ਕੀਤੀ ਹੈ। ਮਹਾਰਾਜ ਨੇ ਸਮੇਂ ਦੇ ਹਿਸਾਬ ਦੇ ਨਾਲ ਵੀ, ਜਿਵੇਂ ਗਰਮੀ ਹੈ, ਗਰਮੀ ਦੇ ਵਿੱਚ ਅੱਤ ਦੀ ਗਰਮੀ ਪੈਂਦੀ ਆ ਆਪਣੇ ਦੇਸ਼ ਦੇ ਵਿੱਚ, ਕਿਉਂਕਿ ਮਹਾਰਾਜ ਨੇ ਉੱਥੋਂ ਦੇ ਵਾਤਾਵਰਨ ਨੂੰ ਵੇਖ ਕਰਕੇ ਜੋ ਸਮੇਂ ਦੇ ਹਿਸਾਬ ਦੇ ਨਾਲ ਮਹਾਰਾਜ ਨੇ ਸਾਨੂੰ ਸਮਝਾਇਆ। ਦੇਖੋ ਅਧਿਆਤਮਿਕ ਤੌਰ ਤੇ ਬਾਹਰੀ ਬਚਨ ਲੈ ਕਰਕੇ, ਬਾਹਰੀ ਦੁਨੀਆਦਾਰੀ ਦੀ ਗੱਲ ਲੈ ਕਰਕੇ ਅਧਿਆਤਮਿਕ ਤੌਰ ਤੇ ਮਹਾਰਾਜ ਸਾਨੂੰ ਕਿਵੇਂ ਸਮਝਾਉਂਦੇ ਆ। ਜੇ ਹਾੜ ਦੀ ਗੱਲ ਹੈ, ਮਹਾਰਾਜ ਕਹਿੰਦੇ ਆਸਾੜ ਤਪੰਦਾ ਤਿਸ ਲੱਗੇ, ਹਰ ਨਾਹ ਨ ਜਿੰਨਾ ਆਸ। ਨਾ ਮੀਨਜ ਪਤੀ, ਉੱਥੇ ਵੀ ਪ੍ਰਮਾਤਮਾ ਪਤੀ ਦੀ ਗੱਲ ਹੈ, ਇੱਥੇ ਵੀ ਕੰਠ ਮਿਲਿਆ ਹਰ ਨਾ, ਪ੍ਰਮਾਤਮਾ ਪਤੀ ਦੀ ਗੱਲ ਹੈ। ਇੱਥੋਂ ਇਹ ਸਮਝਣਾ ਵੀ ਦੋਨੇ ਪਾਸੇ ਪਤੀ ਦੀ ਗੱਲ ਹੈ ਤੇ ਮਾਲਕ ਜੀ ਬਖਸ਼ਿਸ਼ ਕਰਦੇ ਨੇ। ਸੰਸਾਰ ਦੇ ਵਿੱਚ ਅਸੀਂ ਸਾਰੇ ਜਿੰਨੇ ਵੀ ਆ, ਮੇਰੀਆਂ ਮਾਵਾਂ ਹੈ, ਬਜ਼ੁਰਗ ਨੇ, ਭਰਾ ਨੇ, ਭੈਣਾਂ ਨੇ, ਮੇਲ ਹੈ, ਫੀਮੇਲ ਹੈ, ਔਰਤ ਨੇ, ਮਰਦਾਂ ਨੇ, ਅਸੀਂ ਸਾਰੇ ਹੀ ਪਰਮਾਤਮਾ ਦੀਆਂ ਪਤਨੀਆਂ ਹਾਂ। ਗੁਰਬਾਣੀ ਦੇ ਵਿੱਚ ਪਰਮਾਤਮਾ ਨੂੰ ਖਸਮ ਕਿਹਾ ਤੇ ਜੀਵ ਇਸਤਰੀ ਕਿਹਾ ਸਾਨੂੰ, ਵੀ ਅਸੀਂ ਜੀਵ ਇਸਤਰੀਆਂ ਨੇ ਕਿਵੇਂ ਮਾਲਕ ਜੀ ਦੀ ਖੁਸ਼ੀ ਨੂੰ ਪ੍ਰਵਾਨ ਕਰਨਾ ਹੈ। ਹੁਣ ਮਹਾਰਾਜ ਕਹਿੰਦੇ ਆ, ਕਹਿੰਦੇ ਅਸਾੜ ਤਪੰਦਾ ਤਿਸ ਲੱਗੇ, ਹਰ ਨਾਹ ਨ ਜਿੰਨਾ ਪਾਸ। ਉਸ ਜੀਵ ਇਸਤਰੀ ਨੂੰ ਹਾੜ ਦੀ ਤਪਸ਼ ਦੁਖੀ ਕਰਦੀ ਹੈ, ਉਹ ਅੰਦਰੋਂ ਵੀ ਦੁਖੀ ਹੈ, ਅੰਦਰੋਂ ਵੀ ਤਪ ਰਹੀ ਹੈ ਤੇ ਬਾਹਰੋਂ ਵੀ ਤਪ ਰਹੀ ਹੈ। ਕੌਣ? ਜਿਹਦੇ ਕੋਲੇ ਪਤੀ ਨਹੀਂ, ਪਤੀ ਪ੍ਰਦੇਸ਼ ਗਿਆ ਹੋਵੇ, ਉਹਦੇ ਵਿਜੋਗ ਦੇ ਵਿੱਚ ਉਹ ਤੋਂ ਵਿਛੜੀ ਹੋਈ ਜਿਹੜੀ ਪਤਨੀ ਹੈ ਉਹ ਬਰਲਾਪ ਕਰਦੀ ਹੈ, ਦੁਖੀ ਹੁੰਦੀ ਹੈ, ਬਰਲਾਪ ਕਰਦੀ ਹੈ। ਮਹਾਰਾਜ ਨੇ ਬਾਣੀ 'ਚ ਵੀ ਕਿਹਾ, ਸਭ ਸੁਹਾਗਣ ਮਾਣੇ ਰਲੀਆਂ, ਇੱਕ ਦੇਵੋ ਰਾਤ ਮੁਰਾਰੀ। ਬਖਸ਼ਿਸ਼ ਦਾ ਮਲਾਪ ਮਹਾਰਾਜ ਸੱਚੇ ਪਾਤਸ਼ਾਹ ਮੈਨੂੰ ਵੀ ਦਿਓ। ਮਹਾਰਾਜ ਦਾ ਇੱਕ ਬਚਨ ਹੈ, ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਸਮਝਾਉਂਦੇ ਆ, ਰਹਿਮਤ ਕਰਦੇ ਆ, ਬਖਸ਼ਿਸ਼ ਕਰਦੇ ਆ,
ਤਲੰਗ ਰਾਗ ਦੇ ਵਿੱਚ ਕਿ ਅਸੀਂ ਜੀਵ ਇਸਤਰੀਆਂ ਕਿਵੇਂ ਆ ਤੇ ਉਹਦੇ ਬਾਰੇ ਵੀ ਕਿਵੇਂ ਅਸੀਂ ਮਾਣ ਵਿੱਚ ਫਿਰ ਰਹੀਆਂ ਨੇ ਤੇ ਪ੍ਰਮਾਤਮਾ ਦੀ ਖੁਸ਼ੀ ਸਾਨੂੰ ਮਿਲ ਨਹੀਂ ਰਹੀ। ਦੁਨਿਆਵੀ ਸੁੱਖ ਤੇ ਮਿਲ ਜਾਣਗੇ। ਹੁਣ ਦੁਨਿਆਵੀ ਸੁੱਖ ਸਹੂਲਤਾਂ ਕਰਕੇ ਜੇਠ ਹਾੜ ਦੀਆਂ ਅੱਤ ਦੀਆਂ ਗਰਮੀਆਂ ਦੇ ਵਿੱਚ ਏਸੀ ਲਵਾ ਲੈਂਦੇ ਆਪਾਂ, ਜਾਂਦੇ ਹਾਂ ਏਸੀ ਵਿੱਚ ਰਹਿੰਦੇ ਹਾਂ, ਠੰਡੇ ਮੁਲਕੋਂ ਜਾਂਦੇ ਹਾਂ, ਗਰਮੀ 'ਚ ਜਾਈਏ ਤਾਂ ਆਪਾਂ ਏਸੀਆਂ 'ਚ ਰਹਿੰਦੇ ਹਾਂ, ਕਾਰ ਵੀ ਏਸੀ, ਘਰ ਵੀ ਏਸੀ, ਕਿਉਂਕਿ ਜਿਹੜੀ ਆਪਾਂ ਨੂੰ ਇੱਥੋਂ ਜਾ ਕੇ ਆਪਾਂ ਸੁਭਾਅ ਇਸ ਤਰ੍ਹਾਂ ਦਾ ਬਣ ਜਾਂਦਾ, ਗਰਮੀ ਜ਼ਿਆਦਾ ਲੱਗਦੀ। ਤੇ ਉਹ ਗਰਮੀ ਨੂੰ ਦੂਰ ਕਰਨ ਵਾਸਤੇ ਪੈਸਿਆਂ ਨਾਲ, ਧਨ ਦੌਲਤ ਦੇ ਨਾਲ ਏਸੀ ਖਰੀਦ ਕੇ ਤਨ ਨੂੰ ਠੰਡਾ ਕਰ ਲਵਾਂਗੇ, ਮਨ ਨੂੰ ਠੰਡਾ ਨਹੀਂ ਕਰ ਸਕਦੇ। ਇੱਥੇ ਮਹਾਰਾਜ ਮਨ ਦੀ ਤਪਸ਼ ਦੀ ਗੱਲ ਕਰਦੇ ਆ। ਇੱਕ ਤੇ ਬਾਹਰੀ ਤੌਰ ਤੇ ਤਪਸ਼ ਹੈ ਹਾੜ ਦੇ ਮਹੀਨੇ 'ਚ, ਤੇ ਉੱਥੇ ਮਹਾਰਾਜ ਸੱਚੇ ਪਾਤਸ਼ਾਹ ਅੰਦਰੂਨੀ ਔਗਣਾਂ ਦੀ, ਵਿਕਾਰਾਂ ਦੀ, ਪਾਪਾਂ ਦੀ ਤਪਸ਼ ਦੀ ਗੱਲ ਕਰਦੇ। ਇੱਥੇ ਕੱਕਰ ਜਿਹੜਾ ਬਾਹਰੀ ਕੱਕਰ ਪੈ ਰਿਹਾ ਪੋਹ ਦੇ ਮਹੀਨੇ 'ਚ, ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਹੁਣ ਕਹਿੰਦੇ ਨੇ ਵੀ ਜਿਹੜਾ ਪ੍ਰਮਾਤਮਾ ਦੇ ਨਾਲ ਜੁੜਿਆ ਨਾ, ਅੰਤਰ ਜਿਹਦੇ ਹਿਰਦੇ 'ਚ ਪ੍ਰਮਾਤਮਾ ਦਾ ਨਾਮ, ਜਿਹਨੇ ਕੰਠ ਦੇ ਨਾਲ ਆਪਣੇ ਮਾਲਕ ਨੂੰ ਮਿਲਾ ਲਿਆ, ਭਾਵ ਉਸ ਪ੍ਰਭੂ ਦੇ ਨਾਲ ਮਿਲ ਗਿਆ, ਉਹਨੂੰ ਇਹ ਕੱਕਰ, ਇਹ ਤੁਖਾਰ ਜਿਹੜਾ ਵਿਆਪਦਾ ਨਹੀਂ। ਭਾਵ ਉਹਨੂੰ ਠੰਡ ਵੀ ਕੁਝ ਨਹੀਂ ਕਹਿੰਦੀ, ਠੰਡ ਤੋਂ ਉਹ ਦੁਖੀ ਨਹੀਂ ਹੁੰਦਾ। ਪਰਮੇਸ਼ਰ ਦੇ ਨਾਲ ਸੁਰਤ ਜੋੜਨ ਵਾਲਾ ਮਾਛੀਵਾੜੇ ਦੇ ਜੰਗਲਾਂ ਦੇ ਵਿੱਚ ਉਹਦੇ ਕੋਲੇ ਰਜਾਈਆਂ ਨਹੀਂ। ਉਸ ਪ੍ਰਮਾਤਮਾ ਵਾਹਿਗੁਰੂ ਦੇ ਰੱਬ ਦੇ ਨਾਲ ਜੁੜੇ ਹੋਏ ਗੁਰੂ ਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਪ੍ਰਮਾਤਮਾ ਦੇ ਨਾਲ ਸੁਰਤ ਨੂੰ ਜੋੜਦੇ ਨੇ। ਬਾਹਰੀ ਕੱਕਰ ਦੇ ਵਿੱਚ ਲੋਕ ਹੱਥ ਨਹੀਂ ਕੱਢਦੇ ਰਜਾਈ ਚੋਂ, ਇੰਨੀ ਠੰਡ ਪੈ ਰਹੀ ਉਹਨਾਂ ਦਿਨਾਂ 'ਚ, ਤੇ ਮਾਲਕ ਜੀ ਸੱਚੇ ਪਾਤਸ਼ਾਹ ਬਿਨਾਂ ਰਜਾਈਆਂ ਤੋਂ ਕੰਡਿਆਂ ਦੀ ਸੇਜਾ ਤੇ ਪਏ ਆ ਮਾਛੀਵਾੜੇ ਦੇ ਜੰਗਲਾਂ 'ਚ, ਤੇ ਪ੍ਰਮਾਤਮਾ ਦੇ ਨਾਲ ਸੁਰਤ ਜੁੜੀ ਹੋਈ ਹੈ। ਸੱਚੇ ਪਾਤਸ਼ਾਹ ਕਹਿੰਦੇ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ, ਤੁਧ ਬਿਨ ਰੋਗ ਰਜਾਈਆਂ ਦਾ ਉੱਡਣ। ਮਹਾਰਾਜ ਤੇਰੇ ਤੋਂ ਬਿਨਾਂ ਰਜਾਈਆਂ ਦਾ ਉੱਡਣ ਇਉਂ ਹੈ ਜਿਵੇਂ ਨਾਗਾਂ ਦੇ ਕੋਲ ਰਹਿਣਾ ਹੋਵੇ, ਸੱਪਾਂ ਦੇ ਕੋਲ ਰਹਿਣਾ ਹੋਵੇ। ਡਰ ਮਨ ਦੇ ਵਿੱਚ ਸਹਿਮ ਬਣਿਆ ਰਹਿੰਦਾ ਵੀ ਸੱਪ ਕੋਲ ਹੈ, ਕਿਤੇ ਡੰਗ ਹੀ ਨਾ ਮਾਰ ਦੇਵੇ। ਸੱਪ ਘਰ 'ਚ ਵੀ ਵੜ ਜੇ ਨਾ, ਫਿਰ ਵੀ ਡਰ ਬਣਿਆ ਰਹਿੰਦਾ ਵੀ ਕਦੇ ਮੰਜੇ ਤਾਂ ਨਾ ਚੜ ਜੇ। ਜਿੰਨੀ ਦੇਰ ਉਹਨੂੰ ਮਾਰਦੇ ਨਹੀਂ, ਬੰਦੇ ਦੇ ਅੰਦਰੋਂ ਸਹਿਮ ਦੂਰ ਨਹੀਂ ਹੁੰਦਾ, ਡਰ ਦੂਰ ਨਹੀਂ ਹੁੰਦਾ। ਤੇ ਮਾਲਕ ਜੀ ਕਹਿੰਦੇ ਆ ਰੱਬ ਤੋਂ ਟੁੱਟ ਕੇ ਨਾਗ ਨਿਵਾਸਾਂ ਦੇ ਰਹਿਣਾ ਵਾਂਗ ਡਰ ਹਮੇਸ਼ਾ ਬਣਿਆ ਰਹਿੰਦਾ, ਉਹ ਡਰ ਨਿਕਲ ਜਾਂਦਾ ਹੈ। ਮਹਾਰਾਜ ਕਹਿੰਦੇ ਰਜਾਈਆਂ ਦਾ ਉੱਡਣ ਮਹਾਰਾਜ ਸੱਚੇ ਪਾਤਸ਼ਾਹ ਵਿਅਰਥਾ ਹੈ ਤੇਰੇ ਤੋਂ ਬਿਨਾਂ। ਭਾਵੇਂ ਰਜਾਈਆਂ ਓੜ ਲਈਆਂ ਤੌਰ ਤੇ ਧਨ ਦੌਲਤ ਦੇ ਨਾਲ ਅਸੀਂ ਹੀਟਾਂ ਲਾ ਲਈਆਂ, ਸੱਚੇ ਪਾਤਸ਼ਾਹ ਕਹਿੰਦੇ ਉਹ ਜਿਹੜਾ ਕੱਕਰ ਮਹਾਰਾਜ ਹੈ ਉਹ ਅੰਤਰ ਆਤਮੇ ਦਾ ਉਹ ਵਿਆਪੇਗਾ ਹੀ, ਭਾਵੇਂ ਉਹ ਤਪਸ਼ ਦਾ ਹੈ, ਭਾਵੇਂ ਉਹ ਠੰਡ ਦਾ ਹੈ। ਅੰਤਰ ਆਤਮਾ ਨਹੀਂ ਮਹਾਰਾਜ ਕਹਿੰਦੇ ਸਕੂਨ ਪ੍ਰਾਪਤ ਕਰ ਸਕਦਾ। ਤੇ ਜਿੰਨੀ ਦੇਰ ਪ੍ਰਮਾਤਮਾ ਪਤੀ ਦੀ ਬਖਸ਼ਿਸ਼ ਨਹੀਂ, ਉਹਦਾ ਮਿਲਾਪ ਨਹੀਂ ਹੈ। ਇਸ ਜੱਗ ਮੈਂ ਪੁਰਖ ਏਕ ਹੈ, ਪਤੀ ਇੱਕ ਹੀ ਹੈ, ਹੋਰ ਸਗਲੀ ਨਾਰ ਸਬਾਈ। ਅਸੀਂ ਉਹਦੀਆਂ ਨਾਰਾਂ ਪ੍ਰਮਾਤਮਾ ਦੀਆਂ। ਤੇ ਗਰੀਬ ਨਵਾਜ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਬਖਸ਼ਿਸ਼ ਕਰਦੇ ਆ, ਬਚਨ ਪੜ੍ਹਨੇ ਆ, ਆਨੜੀਏ ਮਾਨੜਾ ਕਾਏ ਕਰੇ, ਆਪਨੜੇ ਘਰ ਹਰ ਰੰਗੋਂ ਕੀ ਨਾ ਮਾਣੇ। ਸੌ ਨੇੜੇ ਧਨ ਕਮਲੀਏ ਬਾਹਰ ਕਿਆ ਢੂੰਡੇ। ਆਪਨੜੇ ਘਰ, ਇਸ ਸਰੀਰ ਰੂਪ ਘਰ ਦੇ ਵਿੱਚ ਉਸ ਪ੍ਰਮਾਤਮਾ ਪਤੀ ਦੇ ਮਿਲਾਪ ਦੇ ਲਈ ਜੇ ਤੂੰ ਬੇਨਤੀ ਨਹੀਂ ਕੀਤੀ, ਮਹਾਰਾਜ ਸੱਚੇ ਪਾਤਸ਼ਾਹ ਮੇਰੇ ਹਿਰਦੇ ਦੀ ਸੇਜ ਤੇ ਆ ਕੇ ਬੈਠੋ, ਤੇ ਕਹਿੰਦੇ ਫੇਰ ਪ੍ਰਮਾਤਮਾ ਦੀ ਬਖਸ਼ਿਸ਼ ਨਹੀਂ, ਪ੍ਰਮਾਤਮਾ ਦੀ ਰਹਿਮਤ ਨਹੀਂ ਜੇ ਇਹ ਬੇਨਤੀ ਨਾ ਕੀਤੀ। ਭਾਈ ਵੀਰ ਸਿੰਘ ਜੀ ਨੇ ਲਿਖਿਆ ਹੈ, ਕਹਿੰਦੇ ਉਸ ਪ੍ਰਮਾਤਮਾ ਦਾ ਝਲਕਾਰਾ ਐਸਾ ਪਿਆ। ਉਹਨਾਂ ਦੀ ਬੁੱਕ ਹੈ, ਕਿਤਾਬ ਹੈ ਕੰਬ ਦੀ ਕਲਾਈ। ਕਹਿੰਦੇ ਸੁਪਨੇ ਵਿੱਚ ਤੁਸੀਂ ਮਿਲੇ ਅਸਾਂ ਨੂੰ, ਪਤੀ ਦੀ ਗੱਲ ਕਰਦੇ ਆ ਵੀ ਪਤਨੀਆਂ ਅਸੀਂ ਬਣ ਕੇ ਬੇਨਤੀ ਕਰਨੀਆਂ। ਤੇ ਜਿਸ ਜੀਵ ਇਸਤਰੀ ਪਤਨੀ ਨੂੰ ਪ੍ਰਮਾਤਮਾ ਪਤੀ ਮਿਲਾਪ ਜਿਹੜਾ ਉਹ ਸੁਪਨੇ ਵਿੱਚ ਵੀ ਹੁੰਦਾ, ਉਹ ਵੀ ਭਾਗਾਂ ਵਾਲੀ ਹੈ। ਜਿਹਦੇ ਮੂੰਹੋਂ ਸੁਪਨੇ ਦੇ ਵਿੱਚ ਵੀ ਵਾਹਿਗੁਰੂ ਨਿਕਲਦਾ, ਰਾਮ ਰਾਮ ਅੱਲਾ ਅੱਲਾ ਨਿਕਲਦਾ, ਉਹ ਵੀ ਸੰਸਾਰ ਦੇ ਵਿੱਚ ਆਇਆ ਹੋਇਆ ਜਿਹੜਾ ਉਹਦਾ ਸਫਲਾ ਹੈ। ਭਗਤ ਕਬੀਰ ਜੀ ਤੇ ਕਹਿੰਦੇ ਮੂੰਹ ਦੇ ਵਿੱਚੋਂ ਰਾਤ ਨੂੰ ਸੁਪਨੇ ਦੇ ਵਿੱਚ ਜੇ ਕੋਈ ਵਾਹਿਗੁਰੂ ਬਰਡਾਉਂਦਾ ਹੈ, ਕਹਿੰਦੇ ਨੇ ਮੈਂ ਉਸ ਇਨਸਾਨ ਦੇ ਚਰਨਾਂ ਦੇ ਵਿੱਚ ਆਪਣੇ ਚੰਮ ਦੀਆਂ ਜੁੱਤੀਆਂ ਬਣਾ ਕੇ ਪਾ ਦਿਆਂ।
ਮੇਰਾ ਚੰਮ ਲਾ ਕੇ ਉਹਦੀਆਂ ਜੁੱਤੀਆਂ ਬਣਾ ਕੇ ਉਹਦੇ ਮੈਂ ਪੈਰਾਂ 'ਚ ਪਾ ਦਿਆਂ। ਜਿਹੜਾ ਪ੍ਰਮਾਤਮਾ ਨੂੰ ਚੇਤੇ ਕਰਦਾ, ਜੇ ਅਸੀਂ ਦਿਨੇ ਪ੍ਰਮਾਤਮਾ ਨੂੰ ਚੇਤੇ ਕਰਾਂਗੇ, ਰਾਤ ਨੂੰ ਸੁਪਨੇ 'ਚ ਤਾਂ ਹੀ ਵਾਹਿਗੁਰੂ ਸਾਡੇ ਮੂੰਹ ਵਿੱਚੋਂ ਨਿਕਲੇਗਾ। ਬੱਚੇ ਜਿਹੋ ਜਿਹੀਆਂ ਖੇਡਾਂ ਖੇਡਦੇ ਆ, ਜਿਹੋ ਜਿਹੇ ਕੰਮ ਕਰਦੇ ਆ, ਜਿਵੇਂ ਬੋਲਦੇ ਆ, ਰਾਤ ਨੂੰ ਉਵੇਂ ਬਿਲਕੁਲ ਉਹੀ ਗੱਲਾਂ ਰਿਪੀਟ ਕਰਦੇ ਆ। ਜੋ ਜੇ ਅਸੀਂ ਕਰਮ ਕਰਾਂਗੇ ਉਹੀ ਅਸੀਂ ਫਿਰ ਸੁਪਨੇ ਦੇ ਵਿੱਚ, ਸਾਨੂੰ ਸੁਪਨੇ ਵੀ ਉਸ ਤਰ੍ਹਾਂ ਦੇ ਆਉਣਗੇ। ਕਬੀਰ ਸੁਪਨੇ ਹੂੰ ਬਰਡਾਏ ਕੈ, ਜੇ ਮੁਖ ਨਿਕਸੈ ਰਾਮ, ਤਾਂ ਕਿ ਪੱਗ ਕੀ ਪੰਨ ਹੀ ਮੇਰੇ ਤਨ ਕੋ ਚਾਮ। ਭਾਈ ਵੀਰ ਸਿੰਘ ਜੀ ਕਹਿੰਦੇ, ਜੇ ਪ੍ਰਮਾਤਮਾ ਦੇ ਮਿਲਾਪ ਲਈ ਹਿਰਦੇ ਦੇ ਵਿੱਚ ਤਪਸ਼ ਹੈ ਕਿ ਹੇ ਪ੍ਰਮਾਤਮਾ ਵਾਹਿਗੁਰੂ, ਮੈਂ ਜੀਵ ਇਸਤਰੀ ਤੇਰੇ ਨਾਲ ਮਿਲਣਾ ਚਾਹੁੰਦੀ ਹਾਂ, ਤੇਰੇ ਨਾਲ ਟੁੱਟ ਕੇ ਦੁੱਖ ਹੀ ਦੁੱਖ ਨੇ। ਤੇ ਫਿਰ ਕਹਿੰਦੇ, ਜੇ ਪ੍ਰਮਾਤਮਾ ਦਾ ਝਲਕਾਰਾ ਪਿਆ ਉਸ ਜੀਵ ਇਸਤਰੀ ਨੂੰ ਜਿਹਨੇ ਇਸ ਢੰਗ ਨਾਲ ਬੇਨਤੀ ਕੀਤੀ, ਸੁਪਨੇ ਵਿੱਚ ਤੁਸੀਂ ਮਿਲੇ ਅਸਾਂ ਨੂੰ, ਅਸਾਂ ਤਾਂ ਗਲਵੱਕੜੀ ਪਾਈ। ਕਹਿੰਦੇ ਨੇ ਜਦੋਂ ਗਲਵੱਕੜੀ ਪਾ ਕੇ ਮਿਲਣ ਵਾਸਤੇ ਅਗਾਂਹ ਨੂੰ ਹੱਥ ਕੀਤੇ ਨਾ, ਗਲਵੱਕੜੀ ਪਾਉਣ ਵਾਸਤੇ, ਨਿਰਾ ਨੂਰ ਤੁਸ ਹੱਥ ਨਾ ਆਏ, ਸਾਡੀ ਕੰਬਦੀ ਰਹੀ ਕਲਾਈ। ਕੰਬਦੀ ਕਲਾਈ ਉਹਨਾਂ ਦੀ ਪੂਰੀ ਬੋਕੀ ਕੰਬਦੀ ਕਲਾਈ ਦੇ ਉੱਤੇ ਲਿਖਤੀ, ਕਿਵੇਂ ਵਿਛੋੜੇ ਨੂੰ ਦੂਰ ਕਰਨਾ, ਕਿਵੇਂ ਸਾਡੀ ਜਿਹੜੀ ਅਰਦਾਸ ਹੋਵੇ। ਮਹਾਰਾਜ ਕਹਿੰਦੇ ਜੀਵ ਇਸਤਰੀ ਨੂੰ ਸਮਝਾਉਂਦੇ ਆ, ਮਾਣ ਨਾ ਕਰ, ਪ੍ਰਮਾਤਮਾ ਦੇ ਦਰਸ਼ਨਾਂ ਦੀ ਤਾਂਘ ਦੇ ਲਈ ਬੇਨਤੀ ਕਰ। ਆਨੜੀਏ ਮਨੜਾ ਕਾਏ ਕਰੇ, ਆਪਨੜੇ ਕਰ ਹਿਰਦੇ ਰੂਪ ਕਰ ਵੇ, ਆਪਨੜੇ ਕਰ ਹਰ ਰੰਗੋਂ ਕੀ ਨਾ ਮਾਣੇ, ਸੋ ਨੇੜੇ ਧਨ ਕਮਲੀਏ ਬਾਹਰ ਕਿਆ ਢੂੰਡੇ। ਫਿਰ ਸਵਾਲ ਸੀ ਮੈਂ ਕੀ ਕਰਾਂ ਜੀਵ ਇਸਤਰੀ ਦਾ। ਮਹਾਰਾਜ ਕਹਿੰਦੇ ਭੈ ਕੀਆਂ ਦੇ ਸਲਾਈਆਂ ਨੈਣੀ, ਪ੍ਰਮਾਤਮਾ ਦਾ ਭੈ ਰੱਖ, ਡਰ ਰੱਖ। ਉਹ ਡਰ ਅੱਖਾਂ ਦੇ ਵਿੱਚ ਸੁਰਮਾ ਬਣਾ ਕੇ ਰੱਬ ਦਾ ਭੈ। ਨਿਰਮਲ ਭਉ ਪਾਇਆ ਹਰ ਗੁਣ ਗਾਇਆ, ਹਰ ਵੇਖੈ ਰਾਮ ਹਦੂਰੇ। ਨਿਰਮਲ ਭਉ ਅੰਦਰ, ਇੱਕ ਤੇ ਡਰ ਹੈ ਦੁਨਿਆਵੀ ਡਰ, ਇੱਕ ਪ੍ਰਮਾਤਮਾ ਦਾ ਡਰ ਹੈ ਵੀ ਪ੍ਰਮਾਤਮਾ ਮੈਨੂੰ ਵੇਖਦਾ ਹੈ, ਉਹਦੀ ਜੇ ਮੈਂ ਖੁਸ਼ੀ ਪ੍ਰਾਪਤ ਕਰਨੀ ਹੈ ਕਿ ਮੈਂ ਮਾੜਾ ਕਰਮ ਨਾ ਕਰਾਂ, ਕਿਉਂਕਿ ਉਹਦੀ ਮੇਰੇ ਤੇ ਪ੍ਰਸੰਨਤਾ ਨਹੀਂ ਹੋਏਗੀ। ਉਹ ਭਉ ਨੂੰ ਮਹਾਰਾਜ ਕਹਿੰਦੇ ਸੁਰਮ ਸਲਾਈਆਂ ਬਣਾ ਕੇ ਉਹ ਭਉ ਦੀਆਂ ਅੱਖਾਂ 'ਚ ਪਾ ਲਾ, ਜਿਹਦੇ ਕਰਕੇ ਪ੍ਰਮਾਤਮਾ ਪਤੀ ਵਿਖੇ। ਭੈ ਕੀਆਂ ਦੇ ਸਲਾਈਆਂ ਨੈਣੀ, ਭਾਵ ਕਾ ਕਰ ਸ਼ਿੰਗਾਰੋ। ਪ੍ਰੇਮ ਦਾ ਸ਼ਿੰਗਾਰ ਕਰ ਲਾ, ਤਾਂ ਸੁਹਾਗਣ ਜਾਣੀਏ ਲਾਗੀ, ਜਾਂ ਸਹੁ ਤਰੇ ਪਿਆਰੋ। ਮਹਾਰਾਜ ਕਹਿੰਦੇ ਜੇ ਇਸ ਢੰਗ ਦੇ ਨਾਲ ਪਿਆਰ ਕਰੇ ਜੀਵ ਇਸਤਰੀ, ਆਪਨੜੇ ਘਰ ਹਰ ਰੰਗੋਂ ਕੀ ਨਾ ਮਾਣੇ, ਸੋ ਨੇੜੇ ਧਨ ਕਮਲੀਏ ਬਾਹਰ ਕਿਆ ਢੂੰਡੇ। ਭੈ ਕੀਆਂ ਦੇ ਸਲਾਈਆਂ ਨੈਣੀ, ਭਾਵ ਕਾ ਕਰ ਸ਼ਿੰਗਾਰੋ, ਤਾਂ ਸੁਹਾਗਣ ਜਾਣੀਏ ਲਾਗੀ, ਜਾਂ ਸੋ ਤਰੇ ਪਿਆਰੋ। ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਮੈਂ ਜੀਵ ਇਸਤਰੀ ਜਿਹੜੀ ਹੈ ਉਹ ਡਰ ਜਾਂਦੀ ਹੈ। ਕਿਵੇਂ ਡਰ ਜਾਂਦੀ ਹੈ? ਬਾਹਰਲੇ ਝੰਬੇਲਿਆਂ ਨੂੰ ਵੇਖ ਕੇ, ਜਿਵੇਂ ਘਰਾਂ ਦੇ ਵਿੱਚ ਕਲੇਸ਼ ਹੈ, ਦੁੱਖ ਹੈ, ਬਿਪਤਾ ਹੈ, ਉਸ ਇਸਤਰੀ ਨੂੰ ਤੇ ਬਹੁਤ ਦੁੱਖਾਂ ਦਾ ਸਾਹਮਣਾ ਕਰਨਾ ਪੈਂਦਾ ਜਿਹੜੀ ਇਕੱਲੀ ਰਹਿੰਦੀ ਹੈ। ਦੁਨਿਆਵੀ ਉਦਾਹਰਨਾਂ ਲਈਆਂ ਵੀ ਪਤੀ ਕੋਲ ਨਹੀਂ, ਤੇ ਪਤੀ ਹੁੰਦਿਆਂ ਕੋਈ ਦੁੱਖ ਕਲੇਸ਼, ਕੋਈ ਡਰ ਨਹੀਂ ਹੈ, ਕਿਸੇ ਕਿਸਮ ਦਾ ਕੋਈ ਚਿੰਤਾ ਨਹੀਂ, ਚੋਹ ਨਹੀਂ। ਜਦੋਂ ਕੋਲ ਪਤੀ ਹੈ ਤੇ ਜਦੋਂ ਪਤੀ ਕੋਲ ਨਹੀਂ ਤੇ ਫਿਰ ਬੜਾ ਹੀ ਦੁੱਖ ਹੈ। ਮਹਾਰਾਜ ਕਹਿੰਦੇ ਉਹਨਾਂ ਦੁੱਖਾਂ ਨੂੰ ਦੇਖ ਕੇ ਅੰਦਰੋਂ ਜਿੰਦ ਡਰ ਜਾਂਦੀ ਆ। ਮਹਾਰਾਜ ਸੱਚੇ ਪਾਤਸ਼ਾਹ ਇੰਨੇ ਝੰਬੇਲੇ ਤੇਰੇ ਨਾਲ ਟੁੱਟਿਆ ਹੋਇਆ। ਗੁਰੂ ਨਾਨਕ ਸਾਹਿਬ ਜੀ ਮਹਾਰਾਜ ਬੜੇ ਪਿਆਰੇ ਦ੍ਰਿਸ਼ਟਾਂਤ ਦੇ ਕੇ ਸਮਝਾਉਂਦੇ ਆ ਕਿ ਜੀਓ ਡਰਤ ਹੈ ਆਪਣਾ, ਕੈਸਿਓ ਕਰੀ ਪੁਕਾਰ। ਕਿਹਦੇ ਕੋਲੇ ਪੁਕਾਰ ਕੀਤੀ ਜਾਵੇ? ਪਤੀ ਹੀ ਤਾਂ ਜਾਣਦਾ ਦੁੱਖਾਂ ਨੂੰ, ਪਤੀ ਕੋਲੇ ਤਾਂ ਦੁੱਖਾਂ ਦੀ ਸਾਂਝ ਹੈ, ਦੁੱਖਾਂ ਸੁੱਖਾਂ ਦੀ ਵੀ। ਉਹ ਸਾਰੀਆਂ ਗੱਲਾਂ ਨੂੰ ਜਾਣਦਾ, ਹਿਰਦੇ ਦੀ ਵੇਦਨਾ ਨੂੰ ਜਾਣਦਾ। ਸਭ ਤੋਂ ਵੱਡਾ ਦੁੱਖ ਵਿਛੋੜੇ ਦਾ ਹੈ। ਮਹਾਰਾਜ ਨੇ 4 ਦੁੱਖ ਜਦੋਂ ਸਾਂਝੇ ਕੀਤੇ, ਦੱਸਿਆ ਵੀ 4 ਦੁੱਖ ਕਿਹੜੇ। ਪਹਿਲਾ ਦੁੱਖ ਵਿਛੋੜੇ ਦਾ ਹੈ ਕਿ ਅਸੀਂ ਇਸਤਰੀਆਂ ਪ੍ਰਮਾਤਮਾ ਪਤੀ ਨੂੰ ਵਿਛੜੀਆਂ ਹੋਈਆਂ ਨੇ। ਪਹਿਲੀ ਗੱਲ ਇਹ ਸਾਨੂੰ ਸਮਝਣੀ ਪਏਗੀ, ਜ਼ਿੰਦਗੀ ਦੇ ਵਿੱਚ ਮਾਲਕ ਦੀ ਬਖਸ਼ਿਸ਼ ਪ੍ਰਾਪਤ ਕਰਨ ਦੇ ਲਈ ਇਹ ਵਿਛੋੜੇ ਨੂੰ ਸਮਝਣਾ ਪਏਗਾ। ਮਹਾਰਾਜ ਕਹਿੰਦੇ ਦੁੱਖ ਵਿਛੋੜਾ, ਇੱਕ ਦੁੱਖ ਭੂਖ, ਇੱਕ ਦੁੱਖ ਸਖਤ ਬਾਰ ਜਮਦੂਤ, ਇੱਕ ਦੁੱਖ ਰੋਗ ਲੱਗੇ ਤਨ ਧਾਏ, ਵੈਦ ਨਾ ਭੋਲੇ ਦਾਰੂ ਲਾਏ। ਬੈਦਾਂ ਕੋਲੇ ਵਿਛੋੜੇ ਦੀ ਦਾਰੂ ਨਹੀਂ। ਵਿਛੋੜੇ ਦਾ ਜਿਹੜਾ ਅਹਿਸਾਸ ਹੈ ਵਿਛੜੀ ਹੋਈ ਉਹ ਜੀਵ ਇਸਤਰੀ ਜਾਣਦੀ ਹੈ, ਜਿਹਦੇ ਅੰਦਰ ਤੜਪ ਹੈ, ਤਾਂਘ ਹੈ ਪ੍ਰਮਾਤਮਾ ਨੂੰ ਮਿਲਣ ਵਾਸਤੇ, ਉਹੀ ਜਾਣਦੀ ਆ। ਮਹਾਰਾਜ ਕਹਿੰਦੇ ਹਰ ਰੋਜ਼ ਫਿਰ ਦੁੱਖਾਂ ਨੂੰ ਦੇਖ ਕੇ ਉਹ ਦੁਖੀ ਹੁੰਦੀ ਆ।
जियो डरत है अपना अंदरों डर जाती, कैस्यों करी पुकार, किहदे कोले पुकार की जाए। दुख बसारन सेविया, फिर मालक के चरनां च जीव इस्त्री आई। दुख बसारन सेविया सदा सदा दतार, साहिब मेरा नीत नवा सदा सदा दतार। वो हर रोज़ नवीਆਂ ਦਾਤਾਂ ਦੇ ਨਾਲ ਨਵਾਜਦਾ, ਤਾਂ ਉਹਨੂੰ ਦਤਾਰ ਕਹਿੰਦੇ ਆ। ਜੇ ਸਾਡੀਆਂ ਮੰਗਾਂ ਨਵੀਆਂ ਤੇ ਉਹਦੀਆਂ ਦਾਤਾਂ ਵੀ ਨਵੀਆਂ ਨੇ। हर रोज़ साढ़े दुख नवे खड़े हो जाते हैं, परमात्मा दीयां बख्शिशां भी नवीਆਂ ने। हर रोज़ वो बख्शिशां दे नाल नवाज रहे आ। गरीब नवाज सच्चे पातशाह महाराज ने बड़े प्यारे दृष्टांत दिते हैं। महाराज कहते पूक तुखार ना व्यापी, ओहदे महीने दे विच जिहड़ी जीव इस्त्री परमात्मा नाल मिली आ, उहनूं ठंड जिहड़ी आ वो कुछ भी उहदा बिगाड़ नहीं सकदी। कंठ मिलिया हर नाम, कंठ गले दे नाल जिसनूं परमात्मा ने अपने ला लिया। ना मैंने पति, परमात्मा पति ने। गुरु नानक साहब जी ने श्री राग दे विच बड़े प्यारे बचन कहे है। आवो भैणे गल मिलाहां, अंक सहेलड़ियां। अंक मींज जफ्फी पा के, आवो भैणे गल मिलाहां, गले मिल के जफ्फी पा के घुट के सत संगी सहेलियां कह रही ने, आवो भैणे आपां आओ उस गुरु दे कोल चलीए जिहड़ा गुरु परमात्मा पति नूं मिलाउण वाला है। परमात्मा पति नूं मिलाउण वाला है, गुरु है। महाराज सच्चे पातशाह मिलाउंदे आ। गरीब नवाज सच्चे पातशाह जी, जैसा सतगुर सुनीदा तैसो ही मैं डीठ, बिछड़िया मेले प्रभु है। विछड़िया नूं मिलाप कराउंदा गुरु। हर दरगाह का बसीठ, दरगाह दे विच परमात्मा दे नाल मिलाउण वाला बसीठ मींज बचोला है। ते भैणां जीव इस्त्रियां जिहड़ियां ओह कहंदियां आओ भैणे आवो भैणे गल मिलां, अंक सहेलड़ियां मिल के करें कहानियां, समरथ कंत कीआं। उस कंत दीआं कथा कहानियां करिए, उहदे गुणां नूं चेते करिए, ते जिहदे गुणां नूं चेते करिए ना, उहदे हिरदे दे विच फिर तांग पैदा हो जाती है। एक कुदरती गल है। अज दा टैलीफोन है, 100 साल पहला किहड़ा टैलीफोन सीगे। आ टैलीफोन ते 40 साल तो चले आ, 40 मेरे ख्याल 40-50 साल तो चले होने आ टैलीफोन, 50 साल तो होने आ, ਵੱਧ ਤੋਂ ਵੱਧ ਜਿਹੜੇ ਆਮ ਹੋਏ ਆ। क्योंकि मैं छोटा सी, मैं देखा भी टैलीफोन घरां दे विच किसी पिंड दे विचों एक दो दे उदों लगे नवे सी, हुणे ते सारे पिंड ने गल करनी। फिर हत्थां वाले आ गए, हौली हौली सारियां कोले हुण फोन तो बिना गुजारा नहीं। फोन ते झट ही बंदा कित्थे पता लग गया। पहलां याद करना किसी इंसान नूं ते अंदर तार जिहड़ी आ खड़क पैनी, अंदर जिहड़ी घंटी रिंग बज जानी भी बंदा मैनूं याद करदा, फट उहदे कोले चले जाना। धीआं कोले मापे पहुंच जांदे सी, ਧੀਆਂ ਨੂੰ तकलीफ होनी, मापिया ने फट पहुँच जाना। धी ने कहना मां मैं तो तेनों इन्ना याद करती से, इन्ने दिन हो गए। कहती धीए, कहती मैनू भी तेरी इन्ने दिनों तो याद आ रही है। कुदरती गल आ, आपां एक दूजे नूं जे किसी नाल प्यार इन्ने आ ना, उहनूं याद करदे आ मन करके, अगों बंदा मिल पैंदा, ओह कहंदा मैं तेनूं याद करदा, ओह कहंदा मैं तेनूं याद करदा। ये प्रेम है। ते महाराज सच्चे पातशाह प्रेम की गल करदे आ। कहंदे ओह जिहड़ा प्रेम है, ओह जिहड़ा नेह है, वो अंतर आत्मे है। भी उहदियां कथा कहानियां जदों परमात्मा दियां असीं करांगे ते उह मन दे विच भी प्यार पैदा होवेगा। जदों असीं उहनूं याद करांगे, परमात्मा नूं जदों असीं याद करदे आ ना, ये तो कुदरती गल है। जे दुनियावी बंदे नूं भी याद करदे आ, उहदे मन च भी प्यार पैदा हो जांदा। जे परमात्मा नूं प्यार ना याद करांगे, परमात्मा जी भी साडे हिरदे दी सेजा ते विच आउणगे, हिरदे दी सेजा ते आउणगे। हजरत मूसे ने गल कही सी, वो कहंदा मैं हर रोज़ परमात्मा नूं अरदास अल्लाह ताला नूं बेनती दे विच कहंदा सी भी अल्लाह ताला जी मेरे हिरदे दी सेजा ते आके बैठो। कहंदे एक दिन अल्लाह ताला जी आए, खलो के मुड़ गए। मैं पुछया अल्लाह ताला जी हिरदे दी सेजा ते बैठे नहीं? वो कहंदे बैठा कित्थे, अंदर नूं ते खलोण दी भी कोई जगह नहीं है, भी बैठा कित्थे, शरीर दे विच इन्ना कुछ भरिया पिया है। पहला मालक जी दसदे आ गुण, गुणां दी सांझ करनी है। हुण अगे देखो महाराज कहंदे आ, उहदियां जदों कथा कहानियां कीतियां ते मालक ने किवें समझाया, गुरु जी ने समझाया भी परमात्मा की बख्शिश किवें मिलनी है, उहनूं गल दे नाल किवें असीं गलवक्कड़ी पा के मिल सकदे हां। भोख तुखार ना व्यापी, कंठ मिलिया हर ना, वो ना पति परमात्मा नूं किवें गल दे नाल असीं मिल सकदे हां। ते इह जदों सतसंगी सहेलियां मिलियां, उन्हां ने जफ्फी पा के प्यार दे नाल बेनती कीती
ਤੇ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਸਮਝਾਉਂਦੇ ਆ, ਆਵੋ ਭੈਣੇ ਗਲ ਮਿਲਾਂ ਅੰਕ ਸਹੇਲੜੀਆਂ, ਮਿਲ ਕੇ ਕਰੇ ਕਹਾਣੀਆਂ ਸਮਰੱਥ ਕੰਤ ਕੀਆਂ। ਕਿਹੜੀਆਂ ਕਹਾਣੀਆਂ? ਸਾਚੇ ਸਾਹਿਬ ਸਭ ਗੁਣ ਔਗਣ ਸਭ ਅਸਾਂ। ਸੱਚੇ ਸਾਹਿਬ ਦੇ ਵਿੱਚ ਗੁਣ ਨੇ, ਉਹ ਗੁਣਾਂ ਦੇ ਨਾਲ ਭਰਪੂਰ ਹੈ। ਪਰਮਾਤਮਾ ਜਿਹੜਾ ਹੈ ਉਹ ਗੁਣਾਂ ਦੇ ਨਾਲ ਭਰਪੂਰ ਹੈ ਤੇ ਅਸੀਂ ਔਗੁਣਾਂ ਦੇ ਨਾਲ ਭਰਪੂਰ ਹਾਂ। ਪਹਿਲੀ ਗੱਲ ਇਹ ਸਮਝਣੀ ਹੈ ਕਿ ਉਸ ਦਾ ਮਿਲਾਪ ਤਾਂ ਹੋਵੇਗਾ ਜੇ ਅਸੀਂ ਔਗੁਣਾਂ ਨੂੰ ਦੂਰ ਕਰਾਂਗੇ ਤੇ ਗੁਣਾਂ ਨੂੰ ਗ੍ਰਹਿਣ ਕਰਾਂਗੇ। ਸਾਚੇ ਸਾਹਿਬ ਸਭ ਗੁਣ ਔਗਣ ਸਭ ਅਸਾਂ, ਕਰਤਾ ਸਭ ਕੋ ਤੇਰੇ ਜੋਰ, ਏਕ ਸ਼ਬਦ ਵਿਚਾਰੀਏ ਜਾਂ ਤੂੰ ਤਾਂ ਕਿਆ ਹੋਰ। ਇੱਕ ਸ਼ਬਦ ਦੀ ਵਿਚਾਰ ਕਰ ਲਈਏ। ਮਹਾਰਾਜ ਕਹਿੰਦੇ ਜਿੱਥੇ ਇੱਕ ਪ੍ਰਮਾਤਮਾ ਹੈ, ਜਿਹਦੇ ਵਿੱਚ ਹਿਰਦੇ ਦੇ ਵਿੱਚ ਇੱਕ ਦੀ ਥਾਂ ਹੈ ਨਾ, ਕਹਿੰਦੇ ਨੇ ਉਹ ਹੋਰ ਥਾਂ ਜਿਹੜੀ ਕਿਸੇ ਦੀ ਉਸ ਜਗ੍ਹਾ ਨੂੰ ਉੱਥੇ ਰੱਖਦਾ ਹੀ ਨਹੀਂ। ਇੱਕ ਨੂੰ ਹੀ ਹਿਰਦੇ 'ਚ ਵਸਾ ਕੇ ਰੱਖਦਾ। ਜੇ ਇੱਕ ਨੂੰ ਹਿਰਦੇ 'ਚ ਵਸਾ ਲਾਂਗੇ ਤੇ ਉਹ ਇੱਕ ਪ੍ਰਮਾਤਮਾ ਹਿਰਦੇ ਦੀ ਸੇਜਾ ਤੇ ਆ ਕੇ ਬੈਠੇਗਾ। ਉਸ ਜੀਵ ਇਸਤਰੀ ਨੂੰ ਆਨੰਦ ਦੀ ਪ੍ਰਾਪਤੀ ਹੋਵੇਗੀ, ਉਹਦੇ ਗਲ ਦੇ ਨਾਲ ਪ੍ਰਮਾਤਮਾ ਪਤੀ ਮਿਲੇਗਾ। ਭਾਈ ਸਾਹਿਬ ਭਾਈ ਗੁਰਦਾਸ ਨੇ 13ਵੀਂ ਵਾਰ ਦੀ 15ਵੀਂ ਪੌੜੀ ਦੇ ਵਿੱਚ ਇੰਨੇ ਸੋਹਣਾ ਦ੍ਰਿਸ਼ਟਾਂਤ ਦਿੱਤਾ ਹੈ ਵੀ ਕਿਵੇਂ ਜਾਂ ਤੂੰ ਤਾਂ ਕਿਆ ਹੋਰ। ਇੱਥੇ ਮੈਂ ਰੁਕਾਂਗਾ ਵੀ ਜਾਂ ਤੂੰ ਤਾਂ ਕਿਆ ਹੋਰ, ਵੀ ਜਿੱਥੇ ਮਾਲਕ ਦੀ ਥਾਂ ਹਿਰਦੇ ਦੇ ਵਿੱਚ ਆ ਉੱਥੇ ਕਿਸੇ ਹੋਰ ਦੀ ਥਾਂ ਨਹੀਂ। ਜੇ ਬਹੁਤਿਆਂ ਤੇ ਆਸ ਹੈ ਨਾ ਭਾਈ, ਉਹਨੂੰ ਸਮਾਜ ਦੇ ਵਿੱਚ ਦੁਹਾਗਣ ਕਹਿੰਦੇ ਆ। ਜਿਹੜੀ ਇੱਕ ਤੇ ਭਰੋਸਾ ਰੱਖਦੀ ਆ ਉਹਨੂੰ ਸੁਹਾਗਣ ਕਹਿੰਦੇ ਆ। ਤੇ ਸੁਹਾਗਣ ਆਪਣੇ ਖਸਮ ਦੀ ਪ੍ਰਸੰਨਤਾ ਹਾਸਲ ਕਰਦੀ ਹੈ ਤੇ ਜਿਹੜੀ ਦੁਹਾਗਣ ਹੈ ਉਹਨੂੰ ਸਕੂਨ ਨਹੀਂ ਹੈ, ਉਹਨੂੰ ਸੁੱਖ ਨਹੀਂ ਹੈ, ਕਿਉਂਕਿ ਉਹਨੂੰ ਉਹਦਾ ਪਤੀ ਕੋਈ ਨਹੀਂ ਹੈ। ਦੁਹਾਗਣ ਨੂੰ ਮਨਮੁਖ ਨੂੰ ਦੁਹਾਗਣ ਕਿਹਾ, ਗੁਰਬਾਣੀ 'ਚ ਗੁਰਮੁਖ ਨੂੰ ਸੁਹਾਗਣ ਕਿਹਾ। ਇਹ ਦ੍ਰਿਸ਼ਟਾਂਤ ਦਿੱਤੇ, ਜੀਵ ਇਸਤਰੀ ਦੇ ਦ੍ਰਿਸ਼ਟਾਂਤ ਨੇ ਮਹਾਰਾਜ ਨੇ ਦਿੱਤੇ ਆ। ਤੇ ਮਾਲਕ ਜੀ ਕਹਿੰਦੇ ਆ, ਰਹਿਮਤ ਕਰਦੇ ਆ, ਜਾਏ ਪੁੱਛੋ ਸੁਹਾਗਣੀ ਕਿੰਨੀ ਬਾਤੀ 100 ਪਾਈਏ। ਕਹਿੰਦੇ ਸੁਹਾਗਣ ਨੂੰ ਪੁੱਛੋ 100 ਕਿਵੇਂ ਮਿਲਿਆ ਜਾਂਦਾ, ਉਹਨੂੰ ਪ੍ਰਾਪਤ ਪਰਮਾਤਮਾ ਨੂੰ ਪਤੀ ਨੂੰ ਕਿਵੇਂ ਮਿਲਿਆ ਜਾਂਦਾ। ਉਹ ਕਹਿੰਦੀ ਅੱਗੋਂ, ਆਪ ਗਵਾਈਏ ਤਾਂ 100 ਪਾਈਏ ਔਰ ਕੈਸੀ ਚਤਰਾਈ, 100 ਨਦਰ ਕਰ ਦੇਖੇ 100 ਦਿਨ ਲੇਖੇ, ਕਾਮਣ ਨੌਨਿਤ ਪਾਈ। ਕਹਿੰਦੇ ਉਸ ਕਾਮਣ ਨੂੰ ਨੌਨਿਤ ਸਾਰੀਆਂ ਖੁਸ਼ੀਆਂ ਪ੍ਰਾਪਤ ਹੋ ਜਾਂਦੀਆਂ ਜਿਹੜੀ ਜੀਵ ਇਸਤਰੀ ਸੁਹਾਗਣ ਪ੍ਰਮਾਤਮਾ ਪਤੀ ਨੂੰ ਆਪਣੇ ਨਾਲ ਉਹਦੇ ਨਾਲ ਮਿਲ ਪੈਂਦੀ ਹੈ, ਉਹਦੇ ਗਲੇ ਨਾਲ ਮਿਲ ਪੈਂਦੀ ਹੈ। ਕੰਠ ਮਿਲਿਆ ਹਰ ਨਾ, ਉਸ ਨਾ ਪਤੀ ਦੇ ਕੰਠ ਮਿਲ ਪੈਂਦੀ ਹੈ। ਪਰ ਗਰੀਬ ਨਵਾਜ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਜਿਹਦੇ ਹਿਰਦੇ 'ਚ ਇੱਕ ਦਾ ਭਰੋਸਾ ਹੈ, ਇੱਕ ਪਤੀ ਦਾ ਪ੍ਰਮਾਤਮਾ ਦਾ, ਉਹਨੂੰ ਸਾਰੀਆਂ ਸਹੂਲਤਾਂ ਵੀ ਮਿਲਦੀਆਂ। ਪਤਨੀ ਨੂੰ ਜਦੋਂ ਉਹ ਆਪਣੇ ਪਤੀ ਕੋਲ ਹੀ ਦੱਸਦੀ ਹੈ ਵੀ ਪਤੀ ਜੀ ਮੈਨੂੰ ਆਹ ਪਿਆਰਾ, ਆਪਣਾ ਉਹਨੂੰ ਕਹਿੰਦੀ ਹੈ ਜੀ ਮੈਨੂੰ ਆਹ ਚਾਹੀਦਾ, ਨਾਂ ਸਤਿਕਾਰ ਲੈਣਾ। ਪੁਰਾਣੀਆਂ ਮਾਈਆਂ ਕਹਿੰਦੇ ਜੀ ਇੰਝ ਹੀ ਕਹਿੰਦੀਆਂ ਨੇ ਜੀ ਮੈਨੂੰ ਆਹ ਚੀਜ਼ ਦੀ ਜ਼ਰੂਰਤ ਹੈ, ਮਾਣ ਕਰਦੀਆਂ, ਸਤਿਕਾਰ ਕਰਦੀਆਂ। ਕਿਉਂਕਿ ਸਤਿਕਾਰ ਜਿਹੜਾ ਇਹ ਬਹੁਤ ਜ਼ਰੂਰੀ ਹੈ। ਪਤੀ ਨੂੰ ਪਤਨੀ ਸਮਝਣਾ, ਹਾਂ ਇਹ ਗੱਲ ਇਹਨਾਂ ਮੁਲਕਾਂ ਦੇ ਵਿੱਚ ਹੁਣ ਦੇਖੋ ਐਡਵਾਂਸ ਸਿਸਟਮ ਆ, ਆਪਾਂ ਕਹਿੰਦੇ ਬਰਾਬਰ ਹੈ, ਭੈਣਾਂ ਨਾਂ ਲੈਂਦੀਆਂ। ਚਲੋ ਨਾਂ ਲੈਣਾ ਕੋਈ ਵੱਡੀ ਗੱਲ ਨਹੀਂ, ਜੇ ਨਾਂ ਵੀ ਲੈ ਲਿਆ ਕੋਈ ਵੱਡਾ ਉਹ ਘਟਦਾ ਨਹੀਂ ਨਾਂ ਲੈਣਾ। ਪਰ ਇੱਕ ਪੁਰਾਣੀਆਂ ਮਾਈਆਂ ਸਤਿਕਾਰ ਕਰਦੀਆਂ ਸੀ, ਉਹਨਾਂ ਦੀ ਬੋਲ 'ਚ ਲਚਕ ਦੇਖੋ, ਪਿਆਰ ਦੇਖੋ ਆਪਣੇ ਪਤੀ ਦੇ। ਸਤਿਕਾਰ ਹੈ, 4 ਬੰਦੇ ਬੈਠੇ ਆ ਉਹਨਾਂ ਨੂੰ ਬੁਲਾਉਂਦੀਆਂ ਨੇ ਜਦੋਂ, ਤੇ ਉਹਨਾਂ ਦੇ ਵਿੱਚ ਵੀ ਉਸ ਪਤੀ ਨੂੰ ਮਾਣ ਹੁੰਦਾ ਵੀ ਮੇਰੀ ਪਤਨੀ ਨੇ ਇੰਨੇ ਢੰਗ ਨਾਲ ਬੁਲਾਇਆ। ਇਹ ਹੈ ਜਿਹੜੀ ਇੱਕ ਪਾਸੇ ਦੁਨਿਆਵੀ ਉਦਾਹਰਨ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਦੋਂ ਇੱਕ ਦੇ ਉੱਤੇ ਭਰੋਸਾ ਹੈ ਤੇ ਉਹਨੂੰ ਫਿਕਰ ਵੀ ਹੈ ਤੇ ਉਹ ਸਾਰੀਆਂ ਚੀਜ਼ਾਂ ਵਸਤੂਆਂ ਲਿਆ ਕੇ ਵੀ ਦਿੰਦਾ ਹੈ। ਤੇ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਰਹਿਮਤ ਕਰਦੇ ਆ, ਕਹਿੰਦੇ ਜਦੋਂ ਏਕ ਸ਼ਬਦ ਵਿਚਾਰੀਏ, ਜਦੋਂ ਇਹ ਸ਼ਬਦ ਦੀ ਵਿਚਾਰ ਕੀਤੀ ਜਾਂ ਤੂੰ ਤਾਂ ਕਿਆ ਹੋਰ, ਇੱਕ ਤੇ ਭਰੋਸਾ ਇੰਨਾ ਰੱਖਿਆ ਤੇ ਉਹਦੇ ਨਾਲ ਮਿੱਠੇ ਬੋਲ ਬੋਲੇ, ਪਿਆਰ ਕੀਤਾ ਤੇ ਉਹਨੂੰ ਫਿਕਰ ਹੋਇਆ। ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਆ 15ਵੀਂ ਵਾਰ ਦੀ 13ਵੀਂ ਪੌੜੀ ਦੇ ਵਿੱਚ, ਪਾਣੀ ਕਾਠ ਨਾ ਡੁੱਬਈ ਪਾਲੇ ਦੀ ਲੱਜੈ, ਸਿਰ ਕਰਬੱਤ ਚੜਾਏ ਕੈ ਸਿਰ ਚੜਿਆ ਭੱਜੈ। ਪਾਣੀ ਕਾਠ ਨਾ ਡੁੱਬਈ ਪਾਲੇ ਦੀ ਲੱਜੈ, ਸਿਰ ਕਲਬੱਤ ਚੜਾਏ ਕੈ ਸਿਰ ਚੜਿਆ ਭੱਜੈ। ਪੇਟੇ ਅੰਦਰ ਅੱਗ ਰੱਖ ਤਿਸ ਪੜਦਾ ਕੱਜੈ, ਪੇਟੇ ਅੰਦਰ ਅੱਗ ਰੱਖ
ਤਿਸ ਪੜਦਾ ਕੱਜੈ ਲੋਹੈ ਜੜੀਏ ਬੋਹਿਤਾ ਭਾਰ ਭਰੇ ਨਾ ਤੱਜੈ ਅਗਰੈ ਡੋਬੈ ਜਾਣ ਕੈ ਨਿਰਮੋਲਕ ਤੱਜੈ ਗੁਰਮੁਖ ਮਾਰਗ ਚੱਲਣਾ ਛੱਡ ਖੱਬੇ ਸੱਜੇ। ਖੱਬਾ ਸੱਜਾ ਛੱਡਣਾ ਕੀ ਹੈ? ਝਾਕ। ਜਿਨ੍ਹਾਂ ਨਾਉ ਸੁਹਾਗਣੀ, ਜਿਨ੍ਹਾਂ ਦਾ ਨਾਂ ਸੁਹਾਗਣਾ, ਕਹਿੰਦੇ ਉਹਨਾਂ ਨੂੰ ਝਾਕ ਨਹੀਂ ਕਿਸੇ ਚੀਜ਼ ਦੀ ਵੀ, ਤੇ ਨਾ ਝਾਕ ਨਾ ਕਾਈ ਹੋਰ ਕਿਸੇ ਚੀਜ਼ ਦੀ ਝਾਕ ਨਹੀਂ ਹੈ। ਝਾਕ ਸਮਝਦੇ ਹਾਂ, ਝਾਕ ਬਿਲਕੁਲ ਠੇਠ ਪੰਜਾਬ ਆ ਵੀ ਹੋਰ ਕੋਈ ਲਾਲਸਾ ਨਹੀਂ ਹੈ, ਉਮੰਗ ਨਹੀਂ ਹੈ। ਜਿਨ੍ਹਾਂ ਨੂੰ ਪ੍ਰਮਾਤਮਾ ਪਤੀ ਦਾ ਸੰਗ ਮਿਲ ਗਿਆ ਤੇ ਉਹਨੇ ਉੱਤੇ ਭਰੋਸਾ ਰੱਖਦੀਆਂ ਨੇ ਤੇ ਉਹ ਸਾਰੀਆਂ ਬਖਸ਼ਿਸ਼ਾਂ ਪ੍ਰਾਪਤ ਕਰ ਲੈਂਦੀਆਂ ਸੁਹਾਗਣਾ। ਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ, ਕਹਿੰਦੇ ਪਾਣੀ ਦੇ ਵਿੱਚ ਲੱਕੜ ਨੂੰ ਸਿੱਟੋ ਡੁੱਬਦੀ ਨਹੀਂ, ਕਿੰਨੀ ਮਰਜ਼ੀ ਭਾਰੀ ਲੱਕੜ ਹੋਵੇ। ਦੇਖੋ ਉਦਾਹਰਨ ਕਿੰਨੀ ਢੰਗ ਦੀ, ਕਿੰਨੇ ਸੁਚੱਜੇ ਢੰਗ ਨਾਲ ਭਾਈ ਸਾਹਿਬ ਨੇ ਸਮਝਾਈ। ਕਿਸੇ ਨੇ ਪੁੱਛਿਆ ਵੀ ਕਿਉਂ ਨਹੀਂ ਡੁੱਬਦੀ ਲੱਕੜ? ਭਾਈ ਸਾਹਿਬ ਕਹਿੰਦੇ ਕੋਈ ਵੀ ਬਾਪ ਆਪਣੇ ਪੁੱਤ ਨੂੰ ਡੁਬੋ ਸਕਦਾ? ਬਾਪ ਹੈ ਪਾਣੀ, ਪਿਤਾ ਹੈ। ਪੜ੍ਹਦੇ ਆ ਸਾਡਾ ਵੀ ਬਾਪ ਆ ਪਾਣੀ, ਪਵਨ ਗੁਰੂ ਪਾਣੀ ਪਿਤਾ ਹੈ। ਪਾਣੀ ਕਰਕੇ ਸਾਡਾ ਜੀਵਨ ਹੈ, ਬਾਪ ਕਰਕੇ ਬੱਚੇ ਦਾ ਜੀਵਨ ਹੈ। ਹੋਂਦ ਬੱਚੇ ਦੀ ਬਾਪ ਕਰਕੇ ਆ ਨਾ। ਜੇ ਬਾਪ ਸੀ ਤਾਂ ਨਹੀਂ ਬੱਚਾ ਹੋਇਆ, ਮਾਤ ਪਿਤਾ ਬਿਨ ਬਾਲ ਨਾ ਹੋਈ। ਹੁਣ ਜੇ ਜੀਵਨ ਹੈ ਉਹ ਪਾਣੀ ਕਰਕੇ ਹੈ। ਪਾਣੀ ਕਾਠ ਨਾ ਡੋਬੀ ਪਾਲੇ ਦੀ ਲੱਜੇ। ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਆ ਕੋਈ ਵੀ ਬਾਪ ਆਪਣੇ ਬੱਚੇ ਨੂੰ ਪਾਣੀ 'ਚ ਡੁਬੋ ਨਹੀਂ ਸਕਦਾ। ਡੁੱਬਦਿਆਂ ਨੂੰ ਤੇ ਦੁਨੀਆ ਕੱਢਦੀ ਹੈ, ਭਲਾ ਕਰਦੀ ਹੈ। ਤੇ ਮਹਾਰਾਜ ਕਹਿੰਦੇ ਬਾਪ ਕੋਈ ਐਸਾ ਹੋਵੇਗਾ ਜਿਹੜਾ ਆਪਣੇ ਆਪ ਡੁਬੋ ਦੇਗਾ? ਜੇ ਉਹਦੇ ਵਿੱਚ ਲੱਕੜ ਆਈ ਵੀ ਤੇ ਉਹਨੇ ਉੱਤੇ ਤਾਰ ਦਿੱਤਾ, ਆਪਣੇ ਪੁੱਤ ਨੂੰ, ਉਹਦੇ ਔਗਣਾਂ ਨੂੰ ਵੀ ਨਜ਼ਰ ਅੰਦਾਜ਼ ਕਰ ਦਿੱਤਾ। ਫਿਰ ਕਹਿੰਦੇ ਸਿਰ ਕਲਬੱਤ ਚੜਾਏ ਕਿ ਸਿਰ ਚੜਿਆ ਭੱਜੇ। ਕਹਿੰਦੇ ਨੇ ਉਸ ਲੱਕੜ ਦੇ ਉੱਤੇ ਆਰਾ ਚੱਲਿਆ। ਆਰਾ ਸੀ ਲੋਹੇ ਦਾ। ਧਿਆਨ ਨਾਲ ਸੁਣਿਓ ਬਚਨ, ਬੜੇ ਕੀਮਤੀ ਬਚਨ ਆ। ਕਹਿੰਦੇ ਨੇ ਲੋਹੇ ਦਾ ਆਰਾ ਲੱਕੜ ਤੇ ਚੱਲਿਆ, ਉਹਨੇ ਲੱਕੜ ਨੂੰ ਵੱਢ ਦਿੱਤਾ। ਹੁਣ ਪਾਣੀ ਨੂੰ ਦੁੱਖ ਤਾਂ ਹੋਇਆ ਹੋਏਗਾ, ਜਿਹੜਾ ਪਾਣੀ ਪਿਤਾ ਵੀ ਮੇਰੇ ਪੁੱਤ ਨੂੰ ਇਹਨੇ ਚੀਰਿਆ, ਟੋਟੇ ਟੋਟੇ ਕਰਤੇ। ਕਹਿੰਦੇ ਉਹੀ ਫਿਰ ਜਿਹੜਾ ਪਾਣੀ ਹੈ ਉਹ ਆਪਣੇ ਪੁੱਤਰ ਦੇ ਬੈਰੀ ਨਾਲ ਬੈਰ ਨਹੀਂ ਕਮਾਉਂਦਾ। ਕਿਉਂ? ਸਿਰ ਕਰਵੱਤ ਚੜਾਏ ਕਿ ਸਿਰ ਚੜਿਆ ਭੱਜੇ। ਕਹਿੰਦੇ ਸਿਰ ਤੇ ਕਰਵੱਤ ਚੜਾਇਆ, ਕਲਵੱਤ ਚ ਜ਼ਮੀਨ 'ਚ ਆਰਾ ਚੜਿਆ, ਉਹਨੂੰ ਚੀਰ ਦਿੱਤਾ। ਪਰ ਉਹਦੇ ਸਿਰ ਤੇ ਚੜ ਕੇ ਫਿਰ ਉਹ ਭੱਜਿਆ। ਕੌਣ? ਜਹਾਜ਼ ਲੋਹੇ ਦਾ। ਕਿਉਂ ਭੱਜਿਆ? ਕਿਉਂਕਿ ਉਹਨੇ ਲੱਕੜ ਦਾ ਫੇਰ ਸੰਗ ਕਰ ਲਿਆ। ਆਪਣੇ ਪੁੱਤਰ ਦੇ ਸੰਗੀ ਨੂੰ ਪਾਣੀ ਨੇ ਡੋਬਿਆ ਨਹੀਂ, ਪੁੱਤਰ ਦੇ ਸੰਗੀ ਨੂੰ ਪਾਣੀ ਨੇ ਡੋਬਿਆ ਨਹੀਂ। ਤਾਂ ਨਹੀਂ ਕਹਾਵਤ ਬਣੀ ਆ ਵੀ ਲੱਕੜ ਦੇ ਨਾਲ ਲੋਹਾ ਤਰ ਜਾਂਦਾ। ਆ ਕਹਾਵਤ ਇੱਥੋਂ ਬਣੀ ਆ। ਫਿਰ ਕਹਿੰਦੇ ਆ ਲੋਹੇ ਜੜੀਏ ਬੋਹਿਥਾ। ਬੋਹਿਥਾ ਮੀਨਜ਼ ਜਹਾਜ਼। ਕਹਿੰਦੇ ਲੋਹੇ ਦੇ ਨਾਲ ਜੜਿਆ ਹੁੰਦਾ, ਕਿੰਨਾ ਮਣਾ ਮੂੰਹੀ ਲੋਹਾ ਜੜਿਆ ਹੁੰਦਾ ਜਹਾਜ਼ ਨੂੰ। ਲੋਹੇ ਜੜੀਏ ਬੋਹਿਥਾ ਭਾਰ ਭਰੇ ਨਾ ਤੱਜੈ। ਉਹਨੂੰ ਭਾਰ ਨੂੰ ਇੰਨੇ ਨੂੰ ਸਹਾਰ ਲੈਂਦਾ ਪਾਣੀ ਤੇ ਉਹਨੂੰ ਫੇਰ ਨਹੀਂ ਡੁੱਬਦਾ। ਤੇ ਫਿਰ ਕਿਸੇ ਨੇ ਕਿਹਾ ਭਾਈ ਸਾਹਿਬ ਭਾਈ ਗੁਰਦਾਸ ਜੀ ਨੂੰ ਕਿ ਤੁਹਾਡੀ ਇਹ ਜਿਹੜੀ ਧਾਰਨਾ ਝੂਠੀ ਹੋ ਗਈ। ਉਹ ਕਹਿੰਦੇ ਕਿਉਂ?